क्या हुआ जब 35 साल बाद लौटी कंकालों से भरी फ्लाइट। ਅੱਜ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਇਨਸਾਨ ਚੰਦ ਤੇ ਪਹੁੰਚ ਗਿਆ ਹੈ, ਪਰ ਅੱਜ ਵੀ ਧਰਤੀ ਤੇ ਕੁਝ ਅਜਿਹੀਆਂ ਘਟਨਾਵਾਂ ਨੇ ਜੋ ਕਿ ਮਿਸਟਰੀ ਨਾਲ ਭਰੀਆਂ ਹੋਈਆਂ ਨੇ ਤੇ ਸਾਇੰਸ ਵੀ ਇਸ ਪਹੇਲੀ ਨੂੰ ਸੁਲਝਾ ਨਹੀਂ ਪਾਈ। ਇੱਕ ਅਜਿਹਾ ਪੈਸੇਂਜਰ ਪਲੇਨ ਜੋ ਕਿ ਟੇਕ ਆਫ ਹੋਣ ਦੇ ਬਾਅਦ 35 ਸਾਲ ਤੱਕ ਹਵਾ ਦੇ ਵਿੱਚ ਰਿਹਾ ਤੇ ਜਦੋਂ ਇਹ ਲੈਂਡ ਹੋਇਆ ਤਾਂ ਸਭ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ। ਕੁਝ ਲੋਕ ਇਸ ਘਟਨਾ ਨੂੰ ਟਾਈਮ ਟੇਬਲ ਨਾਲ ਜੋੜ ਕੇ ਦੇਖਦੇ ਨੇ ਤੇ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜੋ ਇਸ ਨੂੰ ਇੱਕ ਭੂਤੀਆ ਘਟਨਾ ਨਾਲ ਜੋੜਦੇ ਨੇ। ਤਾਰੀਖ 4 ਸਤੰਬਰ 1954 ਸੈਂਟੀਆਗੋ ਫਲਾਈਟ ਨੰਬਰ 513 ਵੈਸਟ ਜਰਮਨੀ ਦੇ ਆਚੇਨ ਇੰਟਰਨੈਸ਼ਨਲ 에ਅਰਪੋਰਟ ਤੋਂ ਉਡਾਨ ਭਰਦੀ ਹੈ। ਇਸ ਫਲਾਈਟ ਨੇ ਬ੍ਰਾਜ਼ੀਲ ਦੇ ਪੋਰਟੋ ਐਲਕੇਰੇ 에ਅਰਪੋਰਟ ਤੇ ਲੈਂਡ ਕਰਨਾ ਸੀ, ਜਿਸ ਦੀ ਦੂਰੀ ਤਕਰੀਬਨ 18 ਘੰਟੇ ਦੀ ਸੀ। ਇਹ ਫਲਾਈਟ 88 ਯਾਤਰੀ ਤੇ 4 ਕਰੂ ਮੈਂਬਰਸ ਦੇ ਨਾਲ ਭਰੀ ਹੋਈ ਸੀ ਤੇ ਆਪਣੇ ਪੈਸੇਂਜਰ ਨੂੰ ਜਰਮਨੀ ਤੋਂ ਆਪਣੇ ਦੇਸ਼ ਬ੍ਰਾਜ਼ੀਲ ਲੈ ਕੇ ਆ ਰਹੀ ਸੀ। ਫਲਾਈਟ ਦੇ ਕੈਪਟਨ ਮਿਗਵੈਲ ਵਿਕਟਰ ਕਿਊਰੀ ਫਲਾਈਟ ਟੇਕ ਆਫ ਕਰਦੇ ਸਮੇਂ ਕੈਪਟਨ ਨੂੰ ਇਸ ਗੱਲ ਦਾ ਅੰਦਾਜ਼ਾ ਬਿਲਕੁਲ ਵੀ ਨਹੀਂ ਸੀ ਕਿ ਅਗਲੇ ਕੁਝ ਘੰਟੇ ਦੇ ਵਿੱਚ ਉਹਨਾਂ ਦੇ ਨਾਲ ਕੀ ਹੋਣ ਵਾਲਾ ਹੈ। ਸੈਂਟੀਆਗੋ ਫਲਾਈਟ ਨੰਬਰ 513 ਜਦੋਂ ਅਟਲਾਂਟਿਕ ਓਸ਼ਨ ਤੇ ਪਹੁੰਚਦੀ ਹੈ ਤਾਂ ਉਹ ਜਬ ਦੇ ਰਡਾਰ ਤੋਂ ਅਚਾਨਕ ਗਾਇਬ ਹੋ ਜਾਂਦੀ ਹੈ। ਲਗਾਤਾਰ ATC ਵੱਲੋਂ ਪਲੇਨ ਨੂੰ ਡਿਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਕੁਝ ਮਿੰਟਾਂ ਤੋਂ ਬਾਅਦ ਵੀ ਫਲਾਈਟ ATC ਦੇ ਰਡਾਰ ਤੇ ਨਜ਼ਰ ਨਹੀਂ ਆਈ ਤਾਂ ਉਹਨਾਂ ਦੇ ਹੋਸ਼ ਉੱਡ ਗਏ। ਲਗਾਤਾਰ ਕੋਸ਼ਿਸ਼ ਦੇ ਬਾਅਦ ਵੀ ਉਹ ਫਲਾਈਟ ਦੇ ਨਾਲ ਕੋਈ ਸੰਪਰਕ ਨਹੀਂ ਕਰ ਪਾ ਰਹੇ ਸਨ। ਇਸ ਦੇ ਬਾਅਦ ਤੁਰੰਤ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ, ਜਿਸ ਦੇ ਵਿੱਚ ATC ਜਰਮਨੀ ਤੇ ਬ੍ਰਾਜ਼ੀਲ ਦੇ ਕੁਝ ਟੌਪ ਮੋਸਟ ਅਧਿਕਾਰੀ ਸ਼ਾਮਿਲ ਸੀਗੇ। ਸੈਂਟੀਆਗੋ ਫਲਾਈਟ ਨੰਬਰ 513 ਇੰਜ ਵਿਚਕਾਰ ਗਾਇਬ ਹੋਣ ਨੂੰ ਲੈ ਕੇ ਡਿਸਕਸ਼ਨ ਹੋਣ ਲੱਗੀ, ਪਰ ਇਹ ਘਟਨਾ ਕਿੰਜ ਵਾਪਰੀ ਇਹ ਸਭ ਦੀ ਸਮਝ ਤੋਂ ਪਰੇ ਸੀ। ਫਲਾਈਟ ਦੀ ਖੋਜ ਲਈ ਇੱਕ ਰੈਸਕਿਊ ਟੀਮ ਬਣਾਈ ਗਈ। ਉਸ ਟੀਮ ਨੂੰ ਅਟਲਾਂਟਿਕ ਓਸ਼ਨ ਰਵਾਨਾ ਕੀਤਾ ਗਿਆ, ਕਿਉਂਕਿ ਜਦੋਂ ਫਲਾਈਟ ਦਾ ਸੰਪਰਕ ATC ਤੋਂ ਟੁੱਟਿਆ ਤਾਂ ਫਲਾਈਟ ਅਟਲਾਂਟਿਕ ਓਸ਼ਨ ਦੇ ਉੱਪਰ ਉੱਡ ਰਹੀ ਸੀ। ਪਰ ਜਦੋਂ ਟੀਮ ਨੇ ਆਪਣਾ ਰਿਸਰਚ ਆਪਰੇਸ਼ਨ ਸ਼ੁਰੂ ਕੀਤਾ ਤਾਂ ਉਹਨਾਂ ਨੂੰ ਕਿਤੇ ਵੀ ਪਲੇਨ ਕ੍ਰੈਸ਼ ਹੋਣ ਦਾ ਕੋਈ ਵੀ ਸਾਈਨ ਜਾਂ ਫਿਰ ਮਲਬਾ ਨਹੀਂ ਮਿਲਿਆ ਤੇ ਨਾ ਹੀ ਸਫ਼ਰ ਕਰ ਰਹੇ ਕਿਸੇ ਯਾਤਰੀ ਦੀ ਬੋਡੀ। ਫਿਰ ATC ਦੀ ਟੀਮ ਨੇ ਇਹ ਅੰਦਾਜ਼ਾ ਲਗਾਉਣਾ ਸ਼ੁਰੂ ਕੀਤਾ ਕਿ ਹੋ ਸਕਦਾ ਹੈ ਕਿ ਪਲੇਨ ਅਟਲਾਂਟਿਕ ਮਹਾਸਾਗਰ ਦੀਆਂ ਗਹਿਰਾਈਆਂ ਵਿੱਚ ਡੁੱਬ ਗਿਆ ਹੋਵੇ। ਇਸ ਦੇ ਲਈ ਡਰਾਈਵਰ ਦੀ ਇੱਕ ਟੀਮ ਬਣਾਈ ਗਈ, ਜਿਸ ਨੇ ਕਿ ਸਮੁੰਦਰ ਦੇ ਅੰਦਰ ਜਾ ਕੇ ਜਹਾਜ਼ ਦਾ ਮਲਬਾ ਤਲਾਸ਼ਣ ਦੀ ਕੋਸ਼ਿਸ਼ ਸ਼ੁਰੂ ਕੀਤੀ, ਪਰ ਬਹੁਤ ਕੋਸ਼ਿਸ਼ਾਂ ਦੇ ਬਾਅਦ ਵੀ ਪਲੇਨ ਦਾ ਕੋਈ ਸੁਰਾਗ ਨਹੀਂ ਮਿਲਿਆ। ਸਫ਼ਰ ਕਰ ਰਹੇ ਪੈਸੇਂਜਰਸ ਇਸ ਖਬਰ ਨਾਲ ਕਾਫੀ ਪਰੇਸ਼ਾਨ ਸਨ ਤੇ ਉਹ ਜਾਣਨਾ ਚਾਹੁੰਦੇ ਸਨ ਕਿ ਆਖਿਰਕਾਰ ਫਲਾਈਟ ਦੇ ਨਾਲ ਕੀ ਵਾਪਰਿਆ ਹੈ। ਕੁਝ ਦਿਨ ਹਫ਼ਤਿਆਂ ਦੇ ਵਿੱਚ ਬਦਲੇ ਤੇ ਹਫ਼ਤੇ ਮਹੀਨਿਆਂ ਦੇ ਵਿੱਚ, ਮਹੀਨੇ ਸਾਲਾਂ ਦੇ ਵਿੱਚ, ਪਰ ਪਲੇਨ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤਰ੍ਹਾਂ ਨਾਲ 2 ਸਾਲ ਤੱਕ ਸਰਚ ਆਪਰੇਸ਼ਨ ਚੱਲਿਆ ਤੇ ਆਖਿਰਕਾਰ ਇਸ ਸਰਚ ਆਪਰੇਸ਼ਨ ਨੂੰ ਹਮੇਸ਼ਾ ਦੇ ਲਈ ਬੰਦ ਕਰ ਦਿੱਤਾ ਗਿਆ। 12 ਅਕਤੂਬਰ 1989 ਦੇ ਵਿੱਚ ਇੱਕ ਅਨਨੋਨ ਪਲੇਨ ਬ੍ਰਾਜ਼ੀਲ ਦੇ ਪੋਰਟੋ ਐਲਗਰੇ ਇੰਟਰਨੈਸ਼ਨਲ 에ਅਰਪੋਰਟ ਵੱਲ ਤੇਜ਼ੀ ਨਾਲ ਆ ਰਿਹਾ ਸੀ। ATC ਵਿੱਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਰਡਾਰ ਤੇ ਜਿਵੇਂ ਹੀ ਇਸ ਪਲੇਨ ਦੀ ਸੂਚਨਾ ਮਿਲਦੀ ਹੈ ਤਾਂ ਉਹਨਾਂ ਵੱਲੋਂ ਇਸ ਪਲੇਨ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਪਰ ਪਲੇਨ ਦੇ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਤੇ ਉਹ ਲਗਾਤਾਰ ਤੇਜ਼ ਰਫ਼ਤਾਰ ਦੇ ਵਿੱਚ 에ਅਰਪੋਰਟ ਦੇ ਰਨਵੇ ਵੱਲ ਵਧ ਰਿਹਾ ਸੀ। ਪਰ ਫਿਰ ਪਲੇਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਫੇਲ ਹੋ ਜਾਂਦੀ ਹੈ ਤਾਂ ਅਫਰਾ ਤਫਰੀ ਦੇ ਵਿੱਚ ਰਨਵੇ ਨੂੰ ਖਾਲੀ ਕਰਵਾਇਆ ਜਾਂਦਾ ਹੈ ਤੇ ਕੁਝ ਹੀ ਮਿੰਟਾਂ ਦੇ ਬਾਅਦ ਇੱਕ ਅਨਨੋਨ ਫਲਾਈਟ ਬ੍ਰਾਜ਼ੀਲ ਦੇ ਇਸ 에ਅਰਪੋਰਟ ਤੇ ਲੈਂਡ ਕਰ ਜਾਂਦੀ ਹੈ। ATC ਦੇ ਅਧਿਕਾਰੀ ਤੇ ਕਰਮਚਾਰੀ ਤੁਰੰਤ ਆਪਣੇ ਆਫਿਸ ਤੋਂ ਨਿਕਲ ਕੇ ਰਨਵੇ ਦੇ ਵੱਲ ਭੱਜਦੇ ਨੇ। ਜਦੋਂ ਉਹ ਪਲੇਨ ਦੇ ਨੇੜੇ ਪਹੁੰਚਦੇ ਨੇ ਤਾਂ ਜੋ ਨਜ਼ਾਰਾ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ, ਉਹ ਦੇਖ ਕੇ ਉਹਨਾਂ ਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਂਦੀ ਹੈ, ਕਿਉਂਕਿ ਉਹ ਫਲਾਈਟ ਉਸੇ ਸੈਂਟੀਆਗੋ ਕੰਪਨੀ ਦੀ ਸੀ ਤੇ ਇਹ ਕੰਪਨੀ 1956 ਦੇ ਵਿੱਚ ਹੀ ਬੰਦ ਹੋ ਚੁੱਕੀ ਸੀ, ਯਾਨੀ ਕਿ ਠੀਕ ਸੈਂਟੀਆਗੋ ਫਲਾਈਟ ਨੰਬਰ 513 ਦੇ ਲਾਪਤਾ ਹੋਣ ਦੇ 2 ਸਾਲ ਬਾਅਦ। ਜੋ ਵੀ ਅਧਿਕਾਰੀ ਇਸ ਫਲਾਈਟ ਨੂੰ ਦੇਖ ਰਹੇ ਸਨ ਉਹ ਹੈਰਾਨ ਸਨ, ਕਿਉਂਕਿ ਫਲਾਈਟ ਬਿਲਕੁਲ ਨਵੀਂ ਲੱਗ ਰਹੀ ਸੀ। ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ, ਯਾਨੀ ਕਿ ਜਿਸ ਕੰਪਨੀ ਨੂੰ ਬੰਦ ਹੋਏ 33 ਸਾਲ ਹੋ ਗਏ
ਉਸ ਦਾ ਨਵਾਂ ਫਲਾਈਟ ਰਨਵੇ ਤੇ ਕਿਵੇਂ ਲੈਂਡ ਹੋ ਸਕਦਾ ਹੈ। ਕਰਮਚਾਰੀ ਜਦੋਂ ਪਲੇਨ ਦੇ ਅੰਦਰ ਗਏ ਤਾਂ ਉਹਨਾਂ ਦੇ ਮੂੰਹ ਵਿੱਚੋਂ ਚੀਕਾਂ ਨਿਕਲ ਗਈਆਂ। ਪੂਰਾ ਪਲੇਨ ਪਿੰਜਰਾਂ ਨਾਲ ਭਰਿਆ ਹੋਇਆ ਸੀ। ਹਰ ਸੀਟ ਤੇ ਪਿੰਜਰ ਬੈਠੇ ਹੋਏ ਸਨ ਤੇ ਜਦੋਂ ਉਹਨਾਂ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਤਾਂ ਫਲਾਈਟ ਉਡਾ ਰਹੇ ਪਲੇਨ ਦੇ ਕੈਪਟਨ ਮਿਗਵੈਲ ਵਿਕਟਰ ਕਿਊਰੀ ਦੇ ਹੱਥਾਂ ਵਿੱਚ ਪਲੇਨ ਦਾ ਕੰਟਰੋਲ ਸੀ ਤੇ ਉਹ ਵੀ ਮਰ ਚੁੱਕੇ ਸਨ ਤੇ ਉਹਨਾਂ ਦਾ ਸਰੀਰ ਵੀ ਪਿੰਜਰ ਵਿੱਚ ਬਦਲ ਚੁੱਕਿਆ ਸੀ। ਇਹ ਫਲਾਈਟ ਸੀ ਸੈਂਟੀਆਗੋ ਫਲਾਈਟ ਨੰਬਰ 513। ਹੁਣ ਹੈਰਾਨੀ ਦੀ ਗੱਲ ਇਹ ਸੀ, ਆਖਿਰਕਾਰ ਇਹ ਪਲੇਨ ਹੈ ਕਿੱਥੇ ਸੀ। ਸਵਾਲ ਇਹ ਸੀ ਕਿ ਅਗਰ ਪਲੇਨ ਵਿੱਚ ਕੋਈ ਵੀ ਵਿਅਕਤੀ ਜਿੰਦਾ ਨਹੀਂ ਸੀ ਤਾਂ ਪਲੇਨ ਲੈਂਡ ਕਿਵੇਂ ਹੋਇਆ। ਪਲੇਨ ਇਨੀ ਚੰਗੀ ਕੰਡੀਸ਼ਨ ਦੇ ਵਿੱਚ ਕਿਵੇਂ ਸੀ ਤੇ ਕਿਵੇਂ ਇਸ ਦਾ ਇੰਜਨ ਚਾਲੂ ਸੀ। ਕਹਿੰਦੇ ਨੇ ਕਿ ਲੋਕਾਂ ਵਿੱਚ ਪੈਨਿਕ ਨਾ ਹੋਵੇ, ਇਸ ਲਈ ਬ੍ਰਾਜ਼ੀਲ ਸਰਕਾਰ ਨੇ ਇਸ ਖਬਰ ਨੂੰ ਰੋਕ ਲਿਆ, ਪਰ ਜਾਂਚ ਚੱਲਦੀ ਰਹੀ। ਖੋਜਕਾਰਾਂ ਨੇ ਇਸ ਨੂੰ ਲੈ ਕੇ ਅਲੱਗ-ਅਲੱਗ ਥਿਊਰੀਜ਼ ਦਿੱਤੀਆਂ, ਜਿਸ ਵਿੱਚ ਕਿਹਾ ਗਿਆ ਕਿ ਇਹ ਪਲੇਨ ਟੇਕ ਆਫ ਹੁੰਦੇ ਹੀ ਟਾਈਮ ਟੇਬਲ ਵਿੱਚ ਫਸ ਗਿਆ, ਯਾਨੀ ਬ੍ਰਹਿਮੰਡ ਦੇ ਵਿੱਚ ਕਿਸੇ ਬਲੈਕ ਹੋਲ ਵਿੱਚ ਚਲਾ ਗਿਆ, ਜਿਸ ਦੇ ਰੇਡੀਏਸ਼ਨ ਕਰਕੇ ਇਹਨਾਂ ਸਭ ਲੋਕਾਂ ਦੀ ਮੌਤ ਹੋ ਗਈ। ਕਈ ਲੋਕਾਂ ਨੇ ਇਸ ਨੂੰ ਏਲੀਅਨ ਅਟੈਕ ਵੀ ਕਿਹਾ, ਪਰ ਇਹ ਸਭ ਸਿਰਫ ਔਰ ਸਿਰਫ ਥਿਊਰੀ ਸੀ, ਜਿਸ ਦਾ ਕੋਈ ਵੀ ਪੁਖਤਾ ਸਬੂਤ ਨਹੀਂ ਸੀ। ਅੱਜ ਵੀ ਇਹ ਸਵਾਲ ਹੀ ਬਣਿਆ ਹੋਇਆ ਹੈ। ਬ੍ਰਾਜ਼ੀਲ ਦੀ ਸਰਕਾਰ ਨੇ ਇਸ ਘਟਨਾ ਨੂੰ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ 1989 ਵਿੱਚ ਫੇਮਸ ਪੱਤਰਕਾਰ ਇਰਵਿਨ ਫਿਸ਼ਰ ਨੇ ਇਸ ਘਟਨਾ ਤੋਂ ਪਰਦਾ ਚੁੱਕਿਆ। ਉਹਨਾਂ ਨੇ ਇੱਕ ਆਰਟੀਕਲ ਦੇ ਵਿੱਚ ਇਸ ਪੂਰੀ ਘਟਨਾ ਨੂੰ ਛਾਪਿਆ, ਜਿਸ ਦੇ ਬਾਅਦ ਇਹ ਖਬਰ ਜੰਗਲ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ। ਇਸ ਖਬਰ ਦਾ ਕੋਈ ਪੁਖਤਾ ਸਬੂਤ ਇਰਵਿਨ ਨੇ ਨਹੀਂ ਦਿੱਤਾ, ਸਿਰਫ ਇੱਕ ਐਰੋਪਲੇਨ ਦੀ ਫੋਟੋ ਅਖਬਾਰ ਵਿੱਚ ਜਿੱਥੇ ਕੋਈ ਪਿੰਜਰ ਮੌਜੂਦ ਨਹੀਂ ਸੀ। ਇਸ ਖਬਰ ਦਾ ਕੋਈ ਪੁਖਤਾ ਸਬੂਤ ਇਰਵਿਨ ਨੇ ਨਹੀਂ ਦਿੱਤਾ, ਸਿਰਫ ਇੱਕ ਐਰੋਪਲੇਨ ਦੀ ਫੋਟੋ ਅਖਬਾਰ ਦੇ ਵਿੱਚ ਸੀਗੀ ਜਿੱਥੇ ਕੋਈ ਪਿੰਜਰ ਮੌਜੂਦ ਨਹੀਂ ਸੀ। ਇਸ ਲਈ ਕੁਝ ਲੋਕ ਇਸ ਖਬਰ ਨੂੰ ਸਹੀ ਮੰਨਦੇ ਨੇ ਤੇ ਕੁਝ ਇਸ ਨੂੰ ਮਹਿਜ਼ ਇੱਕ ਕਹਾਣੀ। ਸੋ ਗਾਇਜ਼, ਇਸ ਕਹਾਣੀ ਨੂੰ ਸੁਣ ਕੇ ਤੁਹਾਨੂੰ ਕੀ ਲੱਗਿਆ? ਇਸ ਤਰ੍ਹਾਂ ਦੀ ਘਟਨਾ ਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਆਪਣੇ ਰਿਵਿਊਜ਼ ਜ਼ਰੂਰ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਭੇਜੋ ਤੇ ਦੇਸ਼ ਦੁਨੀਆ ਦੇ ਵਿੱਚ ਵਾਪਰੀਆਂ ਅਜਿਹੀਆਂ ਹੋਰ ਘਟਨਾਵਾਂ ਦੀ ਜਾਣਕਾਰੀ ਲਈ ਦੇਸੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।